ਦੋਸਤੋ, ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰ ਵਿੱਚ ਭਾਜਪਾ ਦੇ 9 ਸਾਲਾਂ ਬਾਰੇ ਵੀ ਕਿ ਇਹਨਾਂ ਦਾ ਕੀ ਕੰਮਕਾਜ ਰਿਹਾ, ਕੀ ਭਾਜਪਾ ਵੱਲੋਂ ਆਪਣੀ ਪ੍ਰਾਪਤੀਆਂ ਗਿਣਾਈਆਂ ਜਾ ਰਹੀਆਂ ਤੇ ਅਸਲ ਕੀ ਰਿਹਾ, ਉਹ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ। ਦੋਸਤੋ, ਜਿਵੇਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਵਿੱਚ ਆਪਣੇ 9 ਸਾਲਾਂ ਦੀ ਸੱਤਾ ਨੂੰ ਜਿਹੜਾ ਹੈਗਾ 9 ਸਾਲ ਬੇਮਿਸਾਲ ਦਾ ਇੱਕ ਨਾਰਾ ਦੇ ਕੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਦੇਸ਼ ਭਰ ਦੇ ਵਿੱਚ। ਇਸ ਲਈ ਭਾਜਪਾ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਵੀ ਕਿ 9 ਸਾਲਾਂ ਦੇ ਕੰਮਕਾਜ ਨੂੰ ਹਰ ਘਰ ਤੱਕ ਪਹੁੰਚਾਇਆ ਜਾਵੇ, ਹਰ ਵਿਅਕਤੀ ਤੱਕ ਪਹੁੰਚਾਇਆ ਜਾਵੇ। ਇਸ ਤਰ੍ਹਾਂ ਦੀ ਇੱਕ ਪਲੈਨਿੰਗ, ਇੱਕ ਵਿਊਤਬੰਦੀ ਨਾਲ ਭਾਜਪਾ ਕੰਮ ਕਰ ਰਹੀ ਹੈ ਤੇ ਉਹਨਾਂ ਦਾ ਟੀਚਾ ਇਹੀ ਹੈ ਕਿ 9 ਸਾਲਾਂ ਦੇ ਗੁਣਗਾਨ ਕਰਕੇ ਉਹ ਅਗਲੇ ਸਾਲ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਸ ਲਈ ਉਹ ਪਹਿਲਾਂ ਹੀ ਮੁੱਢ ਬੰਨ੍ਹਣ ਦੀਆਂ ਤਿਆਰੀਆਂ ਕਰ ਰਹੇ ਨੇ। ਇਸੇ ਲਈ ਜਿਹੜਾ ਹੈਗਾ ਇਹ ਭਾਜਪਾ ਦੇ 9 ਸਾਲਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇੱਕ 30 ਮਈ ਤੋਂ ਲੈ ਕੇ 30 ਜੂਨ ਤੱਕ 1 ਮਹੀਨੇ ਦੇ ਜਿਹੜਾ ਹੈਗਾ ਇਹਨਾਂ ਨੇ ਪ੍ਰੋਗਰਾਮਾਂ ਦੀ ਪਲੈਨਿੰਗ ਕੀਤੀ ਹੈ ਵੀ ਕਿਵੇਂ ਲੋਕਾਂ ਤੱਕ, ਜਿੱਥੇ ਜਨ ਸੰਪਰਕ ਅਭਿਆਨ ਚਲਾਏ ਜਾਣਗੇ, ਲੋਕਾਂ ਤੱਕ ਪਹੁੰਚ ਕੀਤੀ ਜਾਏਗੀ, ਉੱਥੇ ਹੀ ਸਰਕਾਰੀ ਜਿਹੜੀ ਲੋਕ ਭਲਾਈ ਸਕੀਮ ਹੈ ਉਹਨਾਂ ਬਾਰੇ ਵੀ ਲੋਕਾਂ ਤੋਂ ਇੱਕ ਫੀਡਬੈਕ ਲੈ ਕੇ ਉਹਦਾ ਅੱਗੇ ਪ੍ਰਚਾਰ ਕੀਤਾ ਜਾਏਗਾ। ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਰਣਨੀਤੀ ਤਿਆਰ ਕੀਤੀ ਗਈ ਹੈ। ਤੇ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਵੀ ਜਿਹੜਾ ਹੈਗਾ ਉਹ ਭਾਜਪਾ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ, ਜਿੱਥੇ ਭਾਜਪਾ ਆਪਣੇ 9 ਸਾਲਾਂ ਦੇ ਵਿੱਚ ਜਿਹੜਾ ਹੈਗਾ ਕਿਸਾਨ ਭਲਾਈ ਦੇ ਕੰਮਾਂ ਨੂੰ ਜਿਹੜਾ ਹੈਗਾ ਗੁਣਗਾਨ ਕਰ ਰਹੀ ਹੈ, ਉੱਥੇ ਲੋਕ ਭਲਾਈ ਸਕੀਮਾਂ ਦਾ ਗੁਣਗਾਨ ਕਰ ਰਹੀ ਹੈ, ਹੋਰ ਜੋ ਉਹਨਾਂ ਨੇ ਵੱਖ-ਵੱਖ ਵਰਗਾਂ ਲਈ ਜੋ ਕੁਝ ਕੀਤਾ ਹੈ ਉਸ ਦਾ ਪ੍ਰਚਾਰ ਕਰ ਰਹੀ ਹੈ। ਤਾਂ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈਗਾ ਸਿੱਧੇ ਤੌਰ 'ਤੇ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਬਾਰੇ, ਬੇਰੁਜ਼ਗਾਰੀ ਬਾਰੇ ਅਤੇ ਕਿਸਾਨੀ ਮੁੱਦਿਆਂ ਬਾਰੇ ਜਿਹੜਾ ਹੈਗਾ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਉਹਨਾਂ ਦਾ ਇਹੀ ਕਹਿਣਾ ਵੀ ਕਿ ਭਾਜਪਾ ਵੱਲੋਂ ਜਿਹੜੇ ਵਾਅਦੇ 2014 'ਚ ਕੀਤੇ ਗਏ ਸੀਗੇ ਨਾ ਤਾਂ ਉਹ ਪੂਰੇ ਹੋਏ, ਅਤੇ 2019 'ਚ ਜੋ ਵਾਅਦੇ ਕੀਤੇ ਗਏ ਸੀ ਨਾ ਤਾਂ ਉਹ ਪੂਰੇ ਹੋਏ ਨੇ, ਕਿ ਉਹਨਾਂ ਸਾਰਿਆਂ ਬਾਰੇ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਸਥਿਤੀ ਸਪਸ਼ਟ ਕਰੇ। ਪਰ ਦੋਸਤੋ, ਜਦੋਂ ਅਸੀਂ ਸਾਰੀ ਇਹਨਾਂ ਭਾਜਪਾ ਦੇ ਦਾਅਵਿਆਂ 'ਤੇ ਨਜ਼ਰ ਮਾਰਦੇ ਹਾਂ ਤਾਂ ਉਸ ਨੂੰ ਕਈ ਪੱਖਾਂ ਤੋਂ ਜਿਹੜਾ ਹੈਗਾ ਵਿਚਾਰਿਆ ਜਾਂਦਾ ਹੈ, ਧਿਆਨ ਦਿੱਤਾ ਜਾਂਦਾ, ਕਿਉਂਕਿ ਜੇ ਦੇਖਦੇ ਹਾਂ ਤਾਂ ਭਾਜਪਾ ਵੱਲੋਂ ਦੇਸ਼ ਦੀ ਆਰਥਿਕਤਾ ਲਈ ਕੀ ਕੰਮਕਾਜ ਕੀਤਾ ਗਿਆ, ਕੀ ਫੈਸਲੇ ਲਏ ਗਏ ਨੇ, ਉਸ ਦੀ ਗੱਲ ਕਰਦੇ ਹਾਂ, ਗੱਲ ਕਿਸਾਨੀ ਦੀ ਕਰਦੇ ਹਾਂ, ਉਹਨਾਂ ਲਈ ਕੀ ਕੀਤਾ ਗਿਆ, ਜਾਂ ਦੇਸ਼ ਦੇ ਵਿੱਚ ਹੋਰ ਵੱਖ-ਵੱਖ ਵਰਗਾਂ ਲਈ ਕਹਿ ਲਈਏ, ਵੱਖ-ਵੱਖ ਵਿਭਾਗਾਂ ਲਈ ਕੀ ਕੁਝ ਕੀਤਾ। ਜਦੋਂ ਉਸ ਬਾਰੇ ਗੱਲ ਕਰਦੇ ਹਾਂ ਤਾਂ ਵੱਖ-ਵੱਖ ਚੀਜ਼ਾਂ ਨਿਕਲ ਕੇ ਜਿਹੜੀਆਂ ਹੈਗੀਆਂ ਉਹ ਸਾਹਮਣੇ ਆਉਂਦੀਆਂ, ਕਿਉਂਕਿ ਇੱਕ ਤਾਂ ਭਾਜਪਾ ਦੇ ਨਾਲ ਜਿਹੜੀ ਹੈਗੀ ਹਮੇਸ਼ਾ ਹੀ ਕਹਿ ਸਕਦੇ ਹਾਂ ਹੁਣ ਜੁੜੀ ਹੋਈ ਪ੍ਰਾਪਤੀ ਵਜੋਂ ਕਹਿ ਲਈਏ ਜਾਂ ਭਾਜਪਾ ਦੇ ਨਾਲ ਜੁੜੀ ਹੋਈ ਚੀਜ਼ ਕਹਿ ਲਈਏ, ਉਹ ਇਹੀ ਹੈ ਵੀ ਕਿ ਉਹਨਾਂ ਵੱਲੋਂ ਜਿਹੜਾ ਹੈਗਾ ਇਹਨਾਂ 9 ਸਾਲਾਂ ਦੇ ਵਿੱਚ ਸਾਡੇ ਦੇਸ਼ ਦੀ ਆਰਥਿਕਤਾ ਦੇ ਵਿੱਚ ਇੱਕ ਡਿਜੀਟਾਈਜੇਸ਼ਨ ਨੂੰ ਇੱਕ ਨਵੀਂ ਚੀਜ਼ ਜਿਹੜੀ ਹੈਗੀ ਹੈ ਉਹਨੂੰ ਲੈ ਕੇ ਆਏ ਅਤੇ ਉਸ ਨੂੰ ਵੱਡੇ ਪੱਧਰ 'ਤੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਗਿਆ। ਕਿਉਂਕਿ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਨੇ ਵੀ ਕਿ ਡਿਜੀਟਾਈਜੇਸ਼ਨ ਦਾ ਇੱਕ ਨਾਰਾ ਜਿਹੜਾ ਹੈਗਾ ਡਿਜੀਟਲ ਇੰਡੀਆ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀਗੀ, ਹੋਰ ਜਿਹੜਾ ਹੈਗਾ ਡਿਜੀਟਲਾਈਜੇਸ਼ਨ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਜੇ ਗੱਲ ਲੈਣ ਦੇਣ ਦੀ ਕਰੀਏ ਤਾਂ ਲੈਣ ਦੇਣ ਦੇ ਵਿੱਚ ਕੋਈ ਉਸ ਤਰ੍ਹਾਂ ਦਾ ਜਿਹੜਾ ਹੈਗਾ ਡਿਜੀਟਲਾਈਜੇਸ਼ਨ ਨਹੀਂ ਹੋ ਪਾ ਰਹੀ ਸੀ। ਪਰ ਜਦੋਂ ਦੇਸ਼ ਦੇ ਵਿੱਚ 8 ਨਵੰਬਰ 2016 ਨੂੰ ਨੋਟਬੰਦੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਦੇਸ਼ ਦੇ ਵਿੱਚ ਡਿਜੀਟਲ ਲੈਣ ਦੇਣ ਨੂੰ ਕਹਿ ਲਈਏ, ਡਿਜੀਟਲ ਪੇਮੈਂਟ ਨੂੰ ਕਹਿ ਦਈਏ, ਇੱਕ ਵੱਡਾ ਜਿਹੜਾ ਹੈਗਾ ਹੁਲਾਰਾ ਦੇਖਣ ਨੂੰ ਮਿਲਦਾ ਹੈ ਵੀ ਕਿ ਜਦੋਂ ਸਾਰੇ ਕਾਰੋਬਾਰ ਜਿਹੜੇ ਨੇ ਉਹ ਜਾਂ ਲੋਕਾਂ ਦਾ ਲੈਣ ਦੇਣ ਜਿਹੜਾ ਹੈਗਾ ਸਾਰਾ ਹੀ ਡਿਜੀਟਲ ਵਾਲੇ ਪਾਸੇ ਵੱਡੀ ਗਿਣਤੀ 'ਚ ਹੋਣਾ ਸ਼ੁਰੂ ਹੋ ਜਾਂਦਾ। ਅਤੇ ਇਹ ਜਿਹੜਾ ਹੈਗਾ ਔਨਲਾਈਨ ਪੇਮੈਂਟ ਦੇ ਮਾਧਿਅਮ, ਚਾਹੇ ਉਹ ਆਪਾਂ ਗੂਗਲ ਪੇ ਕਹਿ ਲਈਏ, ਪੇਟੀਐਮ ਕਹਿ ਲਈਏ, ਫੋਨਪੇ ਕਹਿ ਲਈਏ, ਭਾਰਤ ਪੇ ਕਹਿ ਲਈਏ, ਜਾਂ ਜਿੰਨੇ ਸਾਧਨ ਨੇ, ਜਾਂ ਇਸ ਤੋਂ ਇਲਾਵਾ ਆਪਾਂ ਡੈਬਿਟ ਕਾਰਡ ਨਾਲ ਸਿੱਧੀ ਪੇਮੈਂਟ ਕਰਨ ਦੀ ਗੱਲ ਕਹਿ ਲਈਏ, ਕ੍ਰੈਡਿਟ ਕਾਰਡ ਨਾਲ ਕਰਨ ਦੀ ਕਹਿ ਲਈਏ, ਔਨਲਾਈਨ ਪੇਮੈਂਟ ਦੇ ਹੋਰ ਕਈ ਸਾਧਨ ਨੇ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਇਹ ਸਾਰਾ ਕੁਝ ਭਾਜਪਾ ਦੇ ਰਾਜ ਦੇ ਵਿੱਚ ਹੋਇਆ, ਜੋ ਕਿ ਇੱਕ ਵੱਡੀ ਭਾਜਪਾ ਆਪਣੀ ਪ੍ਰਾਪਤੀ ਵਜੋਂ ਵੀ ਇਸ ਨੂੰ ਗਿਣਦੀ ਹੈ। ਪਰ ਦੂਜੇ ਪਾਸੇ ਦੇਖਦੇ ਹਾਂ ਤਾਂ ਇਹ ਵੀ ਗੱਲ ਨਿਕਲ ਕੇ ਆਉਂਦੀ ਹੈ ਕਿ ਇਸ ਨਾਲ ਜਿਹੜਾ ਹੈਗਾ ਸਾਡੇ ਦੇਸ਼ ਦੇ ਕਾਰੋਬਾਰੀ ਜਿਹੜੇ ਨੇ ਉਹ ਬਹੁਤ ਪ੍ਰਭਾਵਿਤ ਹੋਏ ਨੇ ਇੱਕ ਵਾਰ ਤਾਂ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਜ਼ਿਆਦਾਤਰ ਵਪਾਰ ਜਿਹੜਾ ਹੈਗਾ ਕਾਰੋਬਾਰ
ਉਹ ਨਗਦੀ ਦੇ ਵਿੱਚ ਚੱਲਦਾ ਸੀਗਾ ਮੁੱਖ ਤੌਰ ਤੇ। ਜੇ ਆਪਾਂ ਛੋਟੇ ਕਾਰੋਬਾਰੀ ਦੀ ਗੱਲ ਕਰੀਏ, ਉਹ ਤਾਂ ਨਗਦੀ ਦੇ ਵਿੱਚ ਹੀ ਜਿਹੜਾ ਹੈਗਾ ਜ਼ਿਆਦਾਤਰ ਲੈਣ ਦੇਣ ਕਰਦੇ ਸੀ, ਚਾਹੇ ਉਹਨਾਂ ਨੇ ਖਰੀਦੋ ਫਰੋਖਤ ਕਰਨੀ ਹੁੰਦੀ ਸੀ, ਚਾਹੇ ਕੋਈ ਅੱਗੇ ਸਮਾਨ ਵੇਚਣਾ ਹੁੰਦਾ ਸੀ, ਉਹ ਸਾਰੀ ਚੀਜ਼ ਹੀ ਜਿਹੜਾ ਹੈਗਾ ਉਹ ਇਸੇ ਤਰ੍ਹਾਂ ਕਰਦੇ ਹੁੰਦੇ ਸੀਗੇ। ਪਰ ਵੀ ਜਿਹੜਾ ਇਹ ਡਿਜੀਟਲਾਈਜੇਸ਼ਨ ਕੀਤੀ ਗਈ ਆ, ਆਨਲਾਈਨ ਪੇਮੈਂਟ ਦਾ ਇੱਕਦਮ ਰੁਝਾਨ ਆਇਆ ਨੋਟਬੰਦੀ ਤੋਂ ਬਾਅਦ, ਉਸ ਸਮੇਂ ਜਿਹੜਾ ਹੈਗਾ ਲੋਕਾਂ ਨੂੰ, ਇਹ ਵਪਾਰੀ ਵਰਗ ਨੂੰ ਵੀ ਕਈ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀਗਾ। ਪਰ ਸਮੇਂ ਦੇ ਨਾਲ ਨਾਲ ਵਪਾਰੀ ਭਾਵੇਂ ਉਹਨਾਂ ਚੀਜ਼ਾਂ ਨੂੰ ਅਡਾਪਟ ਕਰ ਗਿਆ, ਵੀ ਉਸ ਦਾ ਨਤੀਜਾ ਅੱਜ ਇਹੀ ਹੈ ਵੀ ਅੱਜ ਇੱਕ ਰੇਹੜੀ ਵਾਲੇ ਤੋਂ ਲੈ ਕੇ ਵੱਡੀ ਵੱਡੀ ਕਾਰਪੋਰੇਟ ਕੰਪਨੀਆਂ ਦੇ ਵਿੱਚ ਜਿਹੜਾ ਹੈਗਾ ਆਨਲਾਈਨ ਪੇਮੈਂਟ ਦੇ ਸਾਧਨ ਬਣ ਚੁੱਕੇ ਨੇ, ਉੱਥੇ ਸਾਧਨ ਪਹੁੰਚ ਚੁੱਕੇ ਨੇ ਜਿੱਥੇ ਕਿ 1 ਰੁਪਏ ਤੋਂ ਲੈ ਕੇ ਲੱਖਾਂ ਰੁਪਏ ਤੱਕ ਦੀ ਅਦਾਇਗੀਆਂ ਜਿਹੜੀ ਹੈਗੀਆਂ ਆਨਲਾਈਨ ਹੋ ਰਹੀਆਂ। ਇਹ ਇੱਕ ਸਾਡੇ ਜਿਹੜਾ ਡਿਜੀਟਲਾਈਜੇਸ਼ਨ ਦਾ ਇੱਕ ਵੱਡਾ ਲਾਭ ਹੈ। ਪਰ ਨੋਟਬੰਦੀ ਨੇ ਜਿੱਥੇ ਦੇਸ਼ 'ਚ ਡਿਜੀਟਲ ਲੈਣ ਦੇਣ ਨੂੰ ਹੁਲਾਰਾ ਦਿੱਤਾ, ਉੱਥੇ ਜੇ ਦੂਜੇ ਪਾਸੇ ਦੇਖਦੇ ਹਾਂ ਤਾਂ ਨੋਟਬੰਦੀ ਕਰਕੇ ਸਾਡੇ ਦੇਸ਼ 'ਚ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਵੀ ਹੋ ਗਈ ਸੀਗੀ। ਉਹਨਾਂ ਨੂੰ ਬੈਂਕਾਂ ਦੇ ਵਿੱਚ ਲਾਈਨਾਂ 'ਚ ਖੜਨ ਦੀ ਖੱਜਲ ਖੁਆਰ ਹੋਣਾ ਪਿਆ, ਤੇ ਇਸ ਖੱਜਲ ਖੁਆਰੀ ਦੌਰਾਨ ਦੇਸ਼ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਤਾਂ ਉਸ ਦਾ ਹਲੇ ਤੱਕ ਉਸ ਬਾਰੇ ਨਾ ਤਾਂ ਕੇਂਦਰ ਸਰਕਾਰ ਕਦੇ ਬੋਲਣ ਨੂੰ ਤਿਆਰ ਹੋਈ ਹੈ, ਤੇ ਨਾ ਅੱਜ ਕੋਈ ਸਿਆਸੀ ਧਿਰ ਉਸ ਦੀ ਗੱਲ ਕਰਦੀ ਹੈ ਵੀ ਲੋਕ ਉਹਨਾਂ ਨੂੰ ਭੁੱਲ ਚੁੱਕੇ ਨੇ। ਪਰ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਗਏ ਨੇ ਉਹਨਾਂ ਨੂੰ ਪੁੱਛ ਕੇ ਦੇਖੋ, ਉਹਨਾਂ ਨੂੰ ਅੱਜ ਵੀ ਯਾਦ ਹੈ ਵੀ ਦੇਸ਼ ਤੇ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਕਿਵੇਂ ਗਏ ਸੀ, ਉਹਨਾਂ ਦੇ ਮੌਤ ਹੋਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਤੇ ਕੀ ਬੀਤ ਰਿਹਾ। ਤਾਂ ਇਹ ਵੀ ਭਾਜਪਾ ਦੇ ਰਾਜ ਦੇ ਵਿੱਚ ਹੋਇਆ। ਤੇ ਦੂਜੇ ਪਾਸੇ ਦੇਖੀਏ ਤਾਂ ਭਾਜਪਾ ਸ਼ੁਰੂ ਤੋਂ ਹੀ ਜਿਹੜਾ ਹੈਗਾ ਉਹ ਕਾਂਗਰਸ ਦੀ ਨੀਤੀਆਂ ਦੀ ਆਲੋਚਕ ਰਹੀ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦੀਆਂ ਸਾਰੀਆਂ ਨੀਤੀਆਂ ਦੀ ਆਲੋਚਨਾ ਕਰਦੀ ਰਹੀ ਹੈ। ਪਰ ਜੇ ਅੱਜ ਦੇਸ਼ ਦੇ ਵਿੱਚ ਚਾਹੇ ਦੇਖੀਏ, ਮਨਰੇਗਾ ਨੂੰ ਅੱਗੇ ਵਧਾਉਣ ਦੀ ਗੱਲ ਕਹਿ ਲਓ, ਘਰ ਘਰ ਸ਼ੌਚਾਲੇ ਬਣਾਉਣ ਦੀ ਗੱਲ ਕਹਿ ਲਓ, ਕਿਸਾਨ ਸਨਮਾਨ ਨਿਧੀ ਦੀ ਗੱਲ ਕਹਿ ਲਓ, ਜਾਂ ਕਰੋਨਾ ਮਹਾਮਾਰੀ ਦੇ ਸਮੇਂ ਦੇਸ਼ 'ਚ 80 ਕਰੋੜ ਲੋਕਾਂ ਨੂੰ ਜਿਹੜਾ ਹੈਗਾ ਮੁਫਤ ਅਨਾਜ ਦੇਣ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਫੂਡ ਸਿਕਿਉਰਿਟੀ ਐਕਟ ਦੀ, ਇਹ ਸਾਰੀਆਂ ਚੀਜ਼ਾਂ ਵੀ ਸਾਡੇ ਦੇਸ਼ ਦੀ ਆਰਥਿਕਤਾ ਨਾਲ ਜੁੜੀਆਂ ਹੋਈਆਂ ਨੇ। ਕਿਉਂਕਿ ਭਾਵੇਂ ਸਰਕਾਰ ਕਹਿੰਦੀ ਆ ਅਸੀਂ ਆਰਥਿਕ ਪੱਖੋਂ ਬਹੁਤ ਮਜ਼ਬੂਤ ਆ, ਪਰ ਇਹ ਸਾਰੀਆਂ ਚੀਜ਼ਾਂ ਦੱਸਦੀਆਂ ਵੀ ਸਾਡੇ ਦੇਸ਼ 'ਚ ਹਲੇ ਵੀ ਆਰਥਿਕ ਪਾੜਾ ਜਿਹੜਾ ਹੈਗਾ ਬਹੁਤ ਵੱਡਾ ਹੈ। ਵੀ ਇੱਕ ਪਾਸੇ ਕੁਝ ਦੇਸ਼ ਦੇ ਵਿਅਕਤੀ ਜਿਹੜੇ ਨੇ ਉਹ ਮਿੰਟਾਂ ਦੇ ਹਿਸਾਬ ਸਿਰ ਕਰੋੜਾਂ ਰੁਪਏ ਕਮਾ ਰਹੇ ਨੇ, ਤਾਂ ਦੂਜਾ ਇੱਕ ਪਾਸੇ ਇਹੋ ਜਿਹੇ ਵੀ ਵਰਕਰ ਨੇ, ਚਾਹੇ ਮਨਰੇਗਾ ਦੀ ਗੱਲ ਕਰ ਲਈਏ ਜਾਂ ਹੋਰ ਕਾਮਿਆਂ ਦੀ ਗੱਲ ਕਰ ਲਈਏ, ਜਿਹੜਾ ਕਿ ਸਾਰੀ ਦਿਹਾੜੀ ਕੰਮ ਕਰਕੇ ਵੀ ਉਹਨਾਂ ਨੂੰ ਜਿਹੜਾ ਹੈਗਾ ਉਹ ਇੰਨੀ ਕੁ ਦਿਹਾੜੀ ਨਹੀਂ ਮਿਲ ਪਾਉਂਦੀ ਵੀ ਉਹ ਆਪਣੇ ਪਰਿਵਾਰ ਦਾ ਜਿਹੜਾ ਹੈਗਾ ਭਰ ਪੇਟ ਗੁਜ਼ਾਰਾ ਕਰ ਸਕਣ, ਉਹਨਾਂ ਦਾ ਪੇਟ ਭਰ ਸਕਣ। ਵੀ ਇਹ ਪਾੜਾ ਵੀ ਸਾਨੂੰ ਜਿਹੜਾ ਹੈਗਾ ਦੇਖਣ ਨੂੰ ਮਿਲਦਾ। ਕਿਉਂਕਿ ਜੇ ਆਪਾਂ ਦੇਖਦੇ ਹਾਂ ਤਾਂ ਦੇਸ਼ ਦੇ ਵਿੱਚ ਕੁਝ ਚੁਣਵੇਂ ਲੋਕ ਇਹੋ ਜਿਹੇ ਨੇ ਜਿਨ੍ਹਾਂ ਕੋਲ ਦੇਸ਼ ਦੀ ਕੁੱਲ ਦੌਲਤ ਦਾ 62% 62% ਹਿੱਸਾ ਜਿਹੜਾ ਹੈਗਾ ਕੁਝ ਲੋਕਾਂ ਕੋਲ ਹੈ। ਤੇ ਜੇ ਆਪਾਂ ਦੇਸ਼ ਦੇ ਹੋਰ ਲੋਕਾਂ ਦੀ ਗੱਲ ਕਰਦੇ ਹਾਂ, ਆਮ ਲੋਕਾਂ ਦੀ ਗੱਲ ਕਰਦੇ ਹਾਂ, ਤਾਂ ਦੇਸ਼ ਦੀ ਕੁੱਲ ਆਬਾਦੀ ਦੇ 50% ਦੇ ਕਰੀਬ ਲੋਕਾਂ ਕੋਲ ਸਿਰਫ ਕੁੱਲ ਦੌਲਤ ਦਾ, ਦੇਸ਼ ਦੀ ਕੁੱਲ ਦੌਲਤ ਦਾ 3% ਹਿੱਸਾ 50% ਲੋਕਾਂ ਕੋਲ ਹੈ। ਤਾਂ ਇਹ ਸਾਨੂੰ ਆਰਥਿਕ ਪਾੜਾ ਜਿਹੜਾ ਹੈਗਾ ਇਹ ਵੀ ਪਤਾ ਲੱਗਦਾ। ਭਾਵੇਂ ਕਿ ਇਹ ਜਿਹੜਾ ਆਰਥਿਕ ਪਾੜਾ ਹੈ ਇਹ ਕੋਈ 9 ਸਾਲਾਂ ਦੀ ਦੇਣ ਨਹੀਂ ਹੈ, ਇਹ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਿਹਾ। ਇਹ 1980-90 ਤੋਂ ਸ਼ੁਰੂ ਹੋ ਚੁੱਕਾ ਸੀਗਾ, ਪਰ ਅੱਜ ਵੱਡੇ ਪੱਧਰ ਤੇ ਵੱਧ ਰਿਹਾ। ਕਿਉਂਕਿ ਭਾਜਪਾ ਆਪਣੇ ਰਾਜ ਦੇ ਵਿੱਚ ਇੱਕ ਪ੍ਰਾਪਤੀਆਂ ਨੂੰ ਗਿਣਾ ਰਹੀ ਹੈ, ਤਾਂ ਉਸਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਵੀ ਕਰੋਨਾ ਮਹਾਮਾਰੀ ਦੇ ਸਮੇਂ 'ਚ ਜਦੋਂ ਦੇਸ਼ ਦੇ ਵਿੱਚ ਲੋਕਾਂ ਦੀ ਆਮਦਨ ਘੱਟ ਰਹੀ ਸੀ, ਲੋਕ ਬੇਰੁਜ਼ਗਾਰ ਹੋ ਰਹੇ ਸੀਗੇ, ਮਹਿੰਗਾਈ ਵੱਧ ਰਹੀ ਸੀ, ਤਾਂ ਉਸ ਸਮੇਂ ਦੇਸ਼ ਦੇ ਵਿੱਚ ਕੁਝ ਕਾਰਪੋਰੇਟ ਘਰਾਣੇ ਕਹਿ ਲਓ, ਕੁਝ ਲੋਕ ਇਹੋ ਜਿਹੇ ਸੀ ਵੀ ਕਰੋਨਾ ਮਹਾਮਾਰੀ ਦੇ ਬਾਵਜੂਦ ਵੀ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਛੜੱਪੇ ਮਾਰ ਕੇ ਵੱਧ ਰਹੀ ਸੀ, ਉਹਨਾਂ ਦੀ ਆਮਦਨ ਲਗਾਤਾਰ ਵੱਧ ਰਹੀ ਸੀ। ਤਾਂ ਇਹ ਵੀ ਜਿਹੜਾ ਹੈਗਾ ਆਰਥਿਕ ਪਾੜਾ ਇਸੇ 9 ਸਾਲਾਂ ਦੇ ਵਿੱਚ ਜ਼ਿਆਦਾ ਵੱਧਦਾ ਜਾ ਰਿਹਾ। ਤੇ ਇਸ ਤੋਂ ਇਲਾਵਾ ਜੇ ਹੋਰ ਦੇਖਦੇ ਹਾਂ ਤਾਂ ਭਾਜਪਾ ਨੇ ਜਿਹੜਾ ਹੈਗਾ ਦੇਸ਼ ਦੇ ਵਿੱਚ ਇੱਕ ਯੋਜਨਾ ਕਮਿਸ਼ਨ ਨੂੰ ਖਤਮ ਕਰਕੇ ਨੀਤੀ ਆਯੋਗ ਬਣਾਉਣ ਦਾ ਜਿਹੜਾ ਹੈਗਾ ਬਣਾ ਦਿੱਤਾ ਹੈ। ਯੋਜਨਾ ਕਮਿਸ਼ਨ ਸੂਬਿਆਂ ਨਾਲ ਸੰਪਰਕ ਕਰਦਾ ਸੀਗਾ, ਸੂਬਿਆਂ ਦੇ ਵਿਕਾਸ ਨੂੰ ਲੈ ਕੇ, ਹੋਰ ਨੂੰ ਲੈ ਕੇ, ਜਿਹੜਾ ਇਸ ਤਰ੍ਹਾਂ ਦੇ ਕੰਮਕਾਜ ਬਾਰੇ ਸਾਰੀ ਵਿਉਂਤਬੰਦੀ ਤਿਆਰ ਕਰਦਾ ਸੀ। ਪਰ ਇਸ ਕਮਿਸ਼ਨ ਨੂੰ ਜਿਹੜਾ ਹੈਗਾ ਖਤਮ ਕਰਕੇ ਇੱਕ ਨੀਤੀ ਆਯੋਗ ਬਣਾ ਦਿੱਤਾ ਹੈ। ਤੇ ਇਸ ਤਰ੍ਹਾਂ ਦੀ ਚੀਜ਼ ਵੀ ਜਿਹੜਾ ਹੈਗਾ ਇਸੇ 9 ਸਾਲਾਂ ਦੇ ਰਾਜ 'ਚ ਦੇਖਣ ਨੂੰ ਮਿਲਦੀ ਹੈ। ਇਸ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕੇਂਦਰ ਸਰਕਾਰ ਵੱਲੋਂ ਵਧੇਰੀਆਂ ਸਕੀਮਾਂ ਇਹੋ ਜਿਹੀਆਂ ਦਿੱਤੀਆਂ ਜਾਂਦੀਆਂ ਸੂਬਿਆਂ ਨੂੰ ਜਿਸ 'ਚ ਕੇਂਦਰ ਸਰਕਾਰ ਦੀ ਸ਼ਮੂਲੀਅਤ ਜ਼ਿਆਦਾ ਸੀ। ਕੇਂਦਰ ਸਿੱਧੇ ਤੌਰ 'ਤੇ ਸੂਬਿਆਂ ਤੱਕ ਵੱਖ-ਵੱਖ ਲੋਕ ਭਲਾਈ ਦੀਆਂ ਸਕੀਮਾਂ ਨੂੰ ਪਹੁੰਚਦਾ ਕਰਦਾ ਸੀ। ਪਰ ਜਦੋਂ ਅਸੀਂ ਦੇਖਦੇ ਹਾਂ ਤਾਂ ਹੁਣ ਇਹੋ ਜਿਹੀਆਂ ਸਕੀਮਾਂ ਬਹੁਤ ਘੱਟ ਚੁੱਕੀਆਂ ਨੇ, ਕਿਉਂਕਿ ਕੇਂਦਰ ਨੇ ਸਿੱਧਾ ਹੀ ਕਹਿ ਤਾ ਵੀ ਕਿ ਅਸੀਂ ਸੂਬਿਆਂ ਦਾ ਜਿਹੜਾ ਟੈਕਸ ਹੈ
ਉਹ 33% ਤੋਂ ਵਧਾ ਕੇ 42% ਕਰ ਦਿੱਤਾ। ਇਸ ਲਈ ਜਿਹੜੀਆਂ ਇਹੋ ਜਿਹੀਆਂ ਸਕੀਮਾਂ ਜਾਂ ਹੋਰ ਜੋ ਵੀ ਸੂਬਿਆਂ ਨਾਲ ਸੰਬੰਧਿਤ ਵਿਕਾਸ ਕਾਰਜ ਨੇ ਉਹ ਸੂਬੇ ਆਪ ਕਰ ਸਕਦੇ ਨੇ। ਜਿਵੇਂ ਕਿ ਉਦਾਹਰਨ ਵਜੋਂ ਅਸੀਂ ਗੱਲ ਕਰਦੇ ਹਾਂ ਵੀ ਕਿ ਪੁਲਿਸ ਦੇ ਆਧੁਨੀਕਰਨ ਦੀ, ਤਾਂ ਪਹਿਲਾਂ ਪੁਲਿਸ ਦੇ ਆਧੁਨੀਕਰਨ ਦੇ ਵਿੱਚ ਜਾਂ ਪੁਲਿਸ ਨੂੰ ਅਪਡੇਟ ਕਰਨ ਲਈ ਜਿਹੜਾ ਹੈਗਾ ਕੇਂਦਰ ਸਰਕਾਰ ਦਾ ਇੱਕ ਅਹਿਮ ਰੋਲ ਹੁੰਦਾ ਸੀ, ਅਹਿਮ ਭੂਮਿਕਾ ਨਿਭਾਉਂਦਾ ਹੁੰਦਾ ਸੀ। ਪਰ ਹੁਣ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਪੁਲਿਸ ਨਾਲ ਸੰਬੰਧਿਤ ਵੀ ਕੋਈ ਫੈਸਲਾ ਲੈਣ ਨੇ ਜਿਹੜਾ ਹੈਗਾ ਸੂਬਿਆਂ ਨੂੰ ਹੀ ਕਹਿ ਦਿੱਤਾ ਵੀ ਕਿ ਅਸੀਂ ਤੁਹਾਡਾ ਟੈਕਸ ਵਧਾ ਦਿੱਤਾ, ਤਾਂ ਇਸ ਤਰ੍ਹਾਂ ਦੇ ਕੋਈ ਵੀ ਫੈਸਲੇ ਲੈਣੇ ਆ ਉਹ ਤੁਸੀਂ ਆਪਣੇ ਲੈਵਲ 'ਤੇ ਲੈ ਸਕਦੇ ਹੋ। ਤਾਂ ਇਹ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਇਸੇ ਪਾਸੇ ਦੇਖਣ ਨੂੰ ਮਿਲਦੀਆਂ। ਪਰ ਇਸ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕੇਂਦਰ ਸਰਕਾਰ ਵੱਲੋਂ ਮੁੱਖ ਤੌਰ 'ਤੇ ਇਸ ਸਮੇਂ ਦੇਸ਼ 'ਚ ਸੜਕਾਂ ਦੇ ਨਿਰਮਾਣ ਨੂੰ ਲੈ ਕੇ, ਰੇਲਵੇ ਦੇ ਆਧੁਨੀਕਰਨ ਨੂੰ ਲੈ ਕੇ ਜਿਹੜਾ ਹੈਗਾ ਧਿਆਨ ਫੋਕਸ ਕੀਤਾ ਜਾ ਰਿਹਾ। ਸੜਕਾਂ ਦੇਸ਼ ਭਰ ਦੇ ਵਿੱਚ ਬਹੁਤ ਬਣਾਈਆਂ ਜਾ ਰਹੀਆਂ, ਤਾਂ ਉੱਥੇ ਹੀ ਰੇਲਵੇ ਨੂੰ ਜਿਹੜਾ ਹੈਗਾ ਅਪਡੇਟ ਕੀਤਾ ਜਾ ਰਿਹਾ। ਨਵੀਆਂ ਰੇਲ ਗੱਡੀਆਂ ਆ ਰਹੀਆਂ, ਬਹੁਤ ਤੇਜ਼ ਸਪੀਡ ਦੀਆਂ ਰੇਲ ਗੱਡੀਆਂ ਆ ਰਹੀਆਂ। ਚਲੋ ਇਹ ਇੱਕ ਵਧੀਆ ਗੱਲ ਹੈ ਵੀ ਕਿ ਦੇਸ਼ ਜਿਹੜਾ ਹੈਗਾ ਤਰੱਕੀ ਕਰ ਰਿਹਾ, ਉਹ ਇੱਕ ਆਧੁਨਿਕਤਾ ਵਾਲੇ ਪਾਸੇ ਅੱਗੇ ਵੱਧ ਰਿਹਾ। ਪਰ ਜਦੋਂ ਇਹਨਾਂ ਫੈਸਲਿਆਂ ਨੂੰ ਆਪਾਂ ਹੋਰ ਘੋਖ ਕਰਕੇ ਦੇਖਿਆ ਤਾਂ ਉੱਥੋਂ ਨਿਕਲ ਕੇ ਆਇਆ ਵੀ ਕਿ ਇਹ ਸਾਰੇ ਫੈਸਲੇ ਜਿਹੜੇ ਨੇ ਅੱਪਰ ਮਿਡਲ ਕਲਾਸ ਜਾਂ ਹੋਰ ਅੱਪਰ ਕਲਾਸ ਨਾਲ ਸੰਬੰਧਿਤ ਨੇ, ਕਿਉਂਕਿ ਉਹ ਵੱਧ ਪੈਸੇ ਖਰਚ ਕੇ ਜਿਹੜਾ ਹੈਗਾ ਘੱਟ ਸਮੇਂ 'ਚ ਇੱਕ ਲੰਬਾ ਸਫ਼ਰ ਤੈਅ ਕਰ ਲੈਂਦੇ ਨੇ। ਪਰ ਜਦੋਂ ਅਸੀਂ ਦੇਸ਼ ਦੇ ਇੱਕ ਵੱਡੀ ਗਿਣਤੀ 'ਚ ਹਿੱਸੇ ਨੂੰ ਦੇਖਦੇ ਹਾਂ ਤਾਂ ਇਹੋ ਜਿਹੇ ਲੋਕ ਨੇ ਸਾਡੇ ਦੇਸ਼ ਦੇ ਵਿੱਚ ਜੋ ਕਿ ਘੱਟ ਪੈਸਿਆਂ ਦੇ ਵਿੱਚ ਜਿਹੜਾ ਹੈਗਾ ਸੈਕਿੰਡ ਕਲਾਸ ਦੇ ਵਿੱਚ ਕਹਿ ਲਈਏ, ਥਰਡ ਕਲਾਸ ਦੇ ਵਿੱਚ ਕਹਿ ਲਈਏ, ਉਹ ਸਫ਼ਰ ਕਰਨ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ। ਪਰ ਅੱਜ ਜਿਹੜੀਆਂ ਇਹ ਨਵੀਆਂ ਟ੍ਰੇਨਾਂ ਆ ਰਹੀਆਂ ਨੇ ਇਸ ਵਿੱਚ ਵੈਸੇ ਹੀ ਕਿਰਾਇਆ ਬਹੁਤ ਵੱਧ ਚੁੱਕਾ ਅਤੇ ਸੈਕਿੰਡ ਕਲਾਸ ਵਰਗੀਆਂ ਕੋਈ ਸਹੂਲਤਾਂ ਨਹੀਂ ਹੈਗੀਆਂ, ਨੂੰ ਸਾਰਿਆਂ ਨੂੰ ਇੱਕ ਬਰਾਬਰ ਕਰ ਦਿੱਤਾ ਗਿਆ। ਤਾਂ ਇਹ ਵੀ ਜਿਹੜਾ ਹੈਗਾ ਸਰਕਾਰ ਭਾਵੇਂ ਕਰ ਵਧੀਆ ਰਹੀ ਹੈ, ਪਰ ਜਿਹੜੇ ਆਮ ਲੋਕ ਨੇ, ਗਰੀਬ ਲੋਕ ਨੇ, ਉੱਧਰ ਵੀ ਧਿਆਨ ਦੇਣ ਦੀ ਲੋੜ ਹੈ ਵੀ ਕਿ ਉਹਨਾਂ ਨੂੰ ਲੈ ਕੇ ਵੀ ਕੋਈ ਨਾ ਕੋਈ ਜਿਹੜਾ ਹੈਗਾ ਸਹੂਲਤ ਜਿਹੜੀ ਹੈਗੀ ਹੈ ਦਿੱਤੀ ਜਾਵੇ, ਉੱਧਰ ਵੀ ਧਿਆਨ ਕਰਨ ਦੀ ਲੋੜ ਹੈ। ਪਰ ਦੋਸਤੋ ਜਦੋਂ ਇਸ ਤੋਂ ਬਾਅਦ ਅਸੀਂ ਹੋਰ ਗੱਲ ਕਰਦੇ ਹਾਂ ਕੇਂਦਰ ਸਰਕਾਰ ਵੱਲੋਂ ਇਸ ਸਮੇਂ ਦੌਰਾਨ ਜਿੱਥੇ ਰਾਮ ਮੰਦਿਰ ਦੇ ਇੱਕ ਵੱਡੇ ਜਿਹੜਾ ਮਸਲਾ ਪਿਛਲੇ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਸੀ, ਇੱਕ ਵਿਵਾਦ ਦਾ ਮੁੱਦਾ ਬਣਿਆ ਹੋਇਆ ਸੀ, ਉਹ ਸੁਪਰੀਮ ਕੋਰਟ ਨੇ ਉਸ ਨੂੰ ਜਿਹੜਾ ਹੈਗਾ ਖਤਮ ਕੀਤਾ। ਉਹ ਵੀ ਭਾਜਪਾ ਦੇ ਰਾਜ 'ਚ ਕੀਤਾ, ਕਿਉਂਕਿ ਸੁਪਰੀਮ ਕੋਰਟ ਨੇ ਇੱਕ ਅਜਿਹਾ ਫੈਸਲਾ ਦਿੱਤਾ ਜਿਸ 'ਚ 1992 'ਚ ਜਿਹੜੀ ਬਾਬਰੀ ਮਸਜਿਦ ਢਾਈ ਗਈ ਸੀ ਉਸ ਨੂੰ ਜਿਹੜਾ ਇੱਕ ਅਪਰਾਧਕ ਕਾਰਵਾਈ ਤਾਂ ਮੰਨਿਆ ਸੀਗਾ, ਪਰ ਜਦੋਂ ਦੂਜੇ ਪਾਸੇ ਉਹਨਾਂ ਨੇ ਨਾਲ ਹੀ ਇਹ ਵੀ ਕਿਹਾ ਵੀ ਕਿ ਰਾਮ ਮੰਦਿਰ ਜਿਹੜਾ ਹੈਗਾ ਉੱਥੇ ਹੀ ਬਣੇਗਾ, ਉੱਥੇ ਹੀ ਬਣਾਇਆ ਜਾਏਗਾ, ਅਤੇ ਉਸ ਲਈ ਇੱਕ ਟਰਸਟ ਨੂੰ ਜਿਹੜੇ ਹੈਗਾ ਸਾਰੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਉਹ ਕੰਮ ਵੀ ਜਿਹੜਾ ਹੈਗਾ ਜ਼ੋਰ ਸ਼ੋਰ ਨਾਲ ਚੱਲ ਰਿਹਾ। ਅਤੇ ਇਸ ਨਾਲ ਜਿਹੜਾ ਹੈਗਾ ਜੋ ਜਨਵਰੀ 2024 'ਚ ਰਾਮ ਮੰਦਿਰ ਜਿਹੜਾ ਹੈਗਾ ਲੋਕਾਂ ਲਈ ਵੀ ਖੁੱਲ੍ਹ ਕੇ ਤਿਆਰ ਹੋ ਜਾਏਗਾ, ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਵੀ ਭਾਜਪਾ ਦੇ ਰਾਜ 'ਚ ਹੋਇਆ। ਅਤੇ ਇਸ ਸਮੇਂ ਭਾਜਪਾ ਵੱਲੋਂ ਦੇਸ਼ ਦੇ ਵਿੱਚ ਦੋ ਵੱਡੇ ਆਗੂਆਂ ਨੂੰ ਜਿਹੜਾ ਹੈਗਾ ਉਭਾਰਿਆ ਜਾ ਰਿਹਾ। ਜੇ ਅਸੀਂ ਦੇਖਦੇ ਹਾਂ ਤਾਂ ਉਹ ਇੱਕ ਤਾਂ ਵਿਨਾਇਕ ਦਾਮੋਦਰ ਸਾਵਰਕਰ ਅਤੇ ਦੂਜੇ ਸਰਦਾਰ ਵੱਲਭ ਭਾਈ ਪਟੇਲ ਨੂੰ ਜਿਹੜਾ ਹੈਗਾ ਇਸ ਸਮੇਂ ਦੇਸ਼ 'ਚ ਉਭਾਰਿਆ ਜਾ ਰਿਹਾ, ਕਿਉਂਕਿ ਉਹਨਾਂ ਵੱਲੋਂ ਮੁੱਖ ਤੌਰ 'ਤੇ ਦੋਵਾਂ ਆਗੂਆਂ 'ਤੇ ਜਿਹੜੇ ਨਕਸ਼ੇ ਕਦਮ 'ਤੇ ਹੀ ਅੱਗੇ ਜਿਹੜਾ ਹੈਗਾ ਰਾਜਨੀਤੀ ਕੀਤੀ ਜਾ ਰਹੀ ਹੈ, ਸਾਰਾ ਕੁਝ ਕੀਤਾ ਜਾ ਰਿਹਾ। ਤਾਂ ਇਹਨਾਂ ਦੋ ਆਗੂਆਂ ਨੂੰ ਵੀ ਜਿਹੜਾ ਹੈਗਾ ਭਾਜਪਾ ਉਭਾਰਨ ਲੱਗੀ ਹੋਈ ਹੈ। ਅਤੇ ਇਸ ਤੋਂ ਇਲਾਵਾ ਜਦੋਂ ਅਸੀਂ ਕੌਮਾਂਤਰੀ ਪੱਧਰ 'ਤੇ ਦੇਖਦੇ ਹਾਂ ਤਾਂ ਸਾਡੇ ਭਾਜਪਾ ਦੇ ਰਾਜ 'ਚ ਸਾਡੇ ਦੇਸ਼ ਦੀ ਇੱਕ ਜੇ ਇਮੇਜ ਦੀ ਗੱਲ ਕਰਦੇ ਹਾਂ, ਇਮੇਜ 'ਚ ਬਹੁਤ ਸੁਧਾਰ ਹੋਇਆ, ਕਿਉਂਕਿ ਭਾਜਪਾ ਦੇ ਰਾਜ 'ਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਹਨਾਂ ਦੇਸ਼ਾਂ ਤੱਕ ਜਾਏ ਜਿੱਥੇ ਲੰਬਾ ਸਮਾਂ ਹੋ ਗਿਆ ਸਾਡੇ ਦੇਸ਼ ਦੇ ਕੋਈ ਪ੍ਰਧਾਨ ਮੰਤਰੀ ਨਹੀਂ ਗਏ ਸੀ। ਇਸ ਨਾਲ ਜਿਹੜਾ ਹੈਗਾ ਸਾਡੇ ਹੋਰਨਾਂ ਦੇਸ਼ਾਂ ਨਾਲ ਸੰਬੰਧ ਮਜ਼ਬੂਤ ਵੀ ਹੋਏ ਨੇ ਅਤੇ ਹੋਰ ਜਿਹੜਾ ਹੈਗਾ ਆਪਸੀ ਭਾਈਚਾਰਾ ਵੱਧ ਕੇ ਵੀ ਵਧਿਆ, ਜੋ ਕਿ ਸਾਡੇ ਦੇਸ਼ ਲਈ ਕਾਰਗਰ ਸਾਬਤ ਹੋ ਸਕਦਾ। ਅਤੇ ਇਸ ਤੋਂ ਇਲਾਵਾ ਜੇ ਅਸੀਂ ਦੇਖਦੇ ਹਾਂ ਤਾਂ ਚੀਨ ਨੀਤੀ ਦੀ ਗੱਲ ਕਰੀਏ ਤਾਂ ਚੀਨ ਨੀਤੀ ਵੀ ਜਿਹੜਾ ਹੈਗਾ ਇਸ ਸਮੇਂ ਇੱਕ ਵਿਵਾਦ ਦਾ ਮੁੱਦਾ ਬਣੀ ਹੋਈ ਹੈ। ਨਹੀਂ ਉਹ ਉਸਦਾ ਕੋਈ ਸੋਲਿਊਸ਼ਨ ਨਹੀਂ ਨਿਕਲ ਪਾ ਰਿਹਾ, ਅਤੇ ਸਾਡਾ ਭਾਰਤ ਅਤੇ ਪਾਕਿਸਤਾਨ ਵਰਗੇ ਸੂਬਿਆਂ ਨਾਲ ਵੀ ਸਾਡੇ ਕੋਈ ਸੰਬੰਧ ਠੀਕ ਨਹੀਂ ਹੈਗੇ। ਤਾਂ ਇਹ ਚੀਜ਼ ਬੜੀ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ। ਪਰ ਇਸ ਤੋਂ ਇਲਾਵਾ ਜਦੋਂ ਦੋਸਤੋ ਅਸੀਂ ਗੱਲ ਕਰਦੇ ਹਾਂ ਤਾਂ ਇਸੇ 9 ਸਾਲਾਂ ਦੌਰਾਨ ਭਾਜਪਾ ਨੇ ਕੁਝ ਇਹੋ ਜਿਹੇ ਫੈਸਲੇ ਵੀ ਲਏ ਨੇ ਜਿਨ੍ਹਾਂ ਦਾ ਦੇਸ਼ ਭਰ 'ਚ ਵਿਰੋਧ ਹੋਇਆ। ਉਹਨਾਂ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ, ਉਹਨਾਂ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ, ਉਹ ਵੀ ਯਾਦ ਰੱਖਣੇ ਬਹੁਤ ਜ਼ਰੂਰੀ ਨੇ। ਕਿਉਂਕਿ ਜਿਵੇਂ ਆਪਾਂ ਗੱਲ ਕਰੀਏ ਨੋਟਬੰਦੀ ਦੇ ਸਮੇਂ ਤਾਂ ਦੇਸ਼ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਖੱਜਲ ਖੁਆਰ ਹੋਏ, ਬੈਂਕਾਂ ਦੇ ਵਿੱਚ ਲਾਈਨਾਂ 'ਚ ਖੜ੍ਹਨਾ ਪਿਆ, ਲਾਈਨਾਂ 'ਚ ਖੜ੍ਹਨ ਤੋਂ ਬਾਅਦ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ। ਜੇ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਤਾਂ ਦੇਸ਼ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਜਿਹੜਾ ਹੈਗਾ ਇਸੇ 9 ਸਾਲਾਂ ਦੇ ਵਿੱਚ ਧਾਰਾ 370 ਨੂੰ ਖਤਮ ਕਰ ਦਿੱਤਾ ਗਿਆ। ਇਸ ਨਾਲ ਜਿਹੜਾ ਹੈਗਾ ਦੋ ਸੂਬਿਆਂ ਦੀ ਇੱਕ ਆਪਣੀ ਹੋਂਦ ਨੂੰ ਖਤਮ ਕਰਕੇ ਉਹਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ, ਜਿਸ ਦਾ ਕਿ ਦੇਸ਼ ਭਰ ਦੇ ਵਿੱਚ ਵਿਰੋਧ ਹੋਇਆ। ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ
ਉਭਾਰਿਆ ਗਿਆ। ਇਸ ਦੌਰਾਨ ਜਿਹੜਾ ਹੈਗਾ ਜੰਮੂ ਕਸ਼ਮੀਰ ਦੇ ਵਿੱਚ ਕਈ ਤਰ੍ਹਾਂ ਦੇ ਵਿਵਾਦ ਦੇਖਣ ਨੂੰ ਮਿਲੇ ਨੇ, ਪਰ ਸਰਕਾਰ ਦਾ ਦਾਅਵਾ ਸੀ ਇਸ ਨਾਲ ਜੰਮੂ ਕਸ਼ਮੀਰ 'ਚੋਂ ਅੱਤਵਾਦ ਖਤਮ ਕੀਤਾ ਜਾ ਸਕਦਾ, ਉੱਥੇ ਹੋਰ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ। ਤਾਂ ਇਹਨਾਂ ਦਾਅਵਿਆਂ ਦੇ ਨਾਲ ਜਿਹੜਾ ਹੈਗਾ ਧਾਰਾ 370 ਨੂੰ ਖਤਮ ਕਰ ਦਿੱਤਾ ਸੀ। ਪਰ ਜਦੋਂ ਅੱਜ ਵੀ ਦੇਖਦੇ ਹਾਂ, ਅੱਜ ਵੀ ਹਾਲਾਤ ਉੱਥੇ ਇਹੋ ਜਿਹੇ ਨੇ ਜੋ ਪਹਿਲਾਂ ਸੀਗੇ, ਉਹ ਕੋਈ ਸੁਖਾਵੇਂ ਦਿਖਾਈ ਨਹੀਂ ਦੇ ਰਹੇ। ਬਲਕਿ ਇਹ ਹੋ ਗਿਆ ਵੀ ਕਿ ਪਹਿਲਾਂ ਤਾਂ ਜੰਮੂ ਕਸ਼ਮੀਰ 'ਚ ਚੋਣਾਂ ਹੁੰਦੀਆਂ ਸੀ ਤੇ ਉੱਥੇ ਦੇ ਲੋਕ ਆਪਣੀ ਸਰਕਾਰ ਚੁਣਦੇ ਸੀ, ਜੋ ਕਿ ਉੱਥੇ ਸਰਕਾਰ ਕੰਮ ਕਰਦੀ ਸੀ, ਲੋਕਾਂ ਲਈ ਫੈਸਲੇ ਲੈਂਦੀ ਸੀ। ਪਰ ਹੁਣ ਹਾਲਾਤ ਉਲਟ ਨੇ, ਕਿਉਂਕਿ ਉੱਥੇ ਜੋ ਕਿ ਚੋਣਾਂ ਨਹੀਂ ਹੋਈਆਂ, ਜਿਸ ਦਿਨ ਧਾਰਾ 370 ਤੋੜੀ ਗਈ ਹੈ, ਰਾਸ਼ਟਰਪਤੀ ਰਾਜ ਉੱਥੇ ਲੱਗਿਆ ਹੋਇਆ। ਤਾਂ ਇਹੋ ਜਿਹੇ ਸਾਰੇ ਸਿਸਟਮ 'ਚ ਉੱਥੇ ਦੇ ਲੋਕਾਂ ਲਈ ਉਹ ਫੈਸਲੇ ਨਹੀਂ ਲਏ ਜਾ ਰਹੇ ਜੋ ਲਏ ਜਾਣੇ ਚਾਹੀਦੇ ਨੇ। ਤਾਂ ਇਸ ਕਰਕੇ ਇਹ ਵੀ ਇੱਕ ਵੱਡੀ ਸਮੱਸਿਆ ਲੋਕਾਂ ਲਈ ਬਣਿਆ ਹੋਇਆ। ਇਸ ਤੋਂ ਬਾਅਦ ਜਦੋਂ ਗੱਲ ਕਰਦੇ ਹਾਂ ਤਾਂ ਨਾਗਰਿਕਤਾ ਸੋਧ ਬਿੱਲ ਜਿਹੜਾ ਹੈਗਾ ਦੇਸ਼ ਦੇ ਵਿੱਚ ਲਿਆਂਦਾ ਗਿਆ, ਉਸ ਦਾ ਵੀ ਵੱਡੇ ਪੱਧਰ ਤੇ ਵਿਰੋਧ ਹੋਇਆ। ਦਿੱਲੀ ਦੇ ਸ਼ਾਹੀਨ ਬਾਗ 'ਚ ਇੱਕ ਲੰਬਾ ਪ੍ਰੋਟੈਸਟ ਲੋਕਾਂ ਨੇ ਕੀਤਾ। ਉਸ ਪ੍ਰੋਟੈਸਟ ਦੀ ਵੀ ਇੱਕ ਸ਼ਲਾਘਾਯੋਗ ਗੱਲ ਇਹ ਸੀ ਕਿ ਉਸ ਪ੍ਰੋਟੈਸਟ ਦੀ ਅਗਵਾਈ ਔਰਤਾਂ ਨੇ ਕੀਤੀ ਸੀ ਤੇ ਉਹ ਗੈਰ ਰਾਜਨੀਤਿਕ ਪ੍ਰੋਟੈਸਟ ਰਿਹਾ, ਕਿਉਂਕਿ ਨਾਗਰਿਕਤਾ ਸੋਧ ਬਿੱਲ ਦੇ ਵਿੱਚ ਜਿਹੜਾ ਹੈਗਾ ਕੇਂਦਰ ਸਰਕਾਰ ਦਾ ਦਾਅਵਾ ਸੀ ਕਿ ਅਸੀਂ ਇੱਕ ਇਹੋ ਜਿਹੀ ਸਕੀਮ ਲੈ ਕੇ ਆ ਰਹੇ ਹਾਂ ਵੀ ਕਿ ਉਸ 'ਚ ਹਰ ਵਿਅਕਤੀ ਬਾਰੇ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ। ਤਾਂ ਉਸ ਸਮੇਂ ਵੀ ਲੋਕਾਂ ਨੇ ਵੱਡਾ ਵਿਰੋਧ ਕੀਤਾ ਸੀਗਾ। ਤਾਂ ਇਸ ਨੂੰ ਵੀ ਜਿਹੜਾ ਹੈਗਾ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਇਹ ਵੀ ਸਰਕਾਰ ਦੇ 9 ਸਾਲਾਂ ਦੇ ਵਿੱਚ ਹੀ ਇੱਕ ਇਹੋ ਜਿਹੀ ਦੇਣ ਜਿਹੜੀ ਹੈਗੀ ਹੈ ਦੇਖਣ ਨੂੰ ਮਿਲੀ ਹੈ। ਤੇ ਜਦੋਂ ਉਸ ਤੋਂ ਬਾਅਦ ਇੱਕ ਹੋਰ ਗੱਲ ਕਰਦੇ ਹਾਂ ਕਿ ਸਰਕਾਰ ਦੇ ਇਹਨਾਂ 9 ਸਾਲਾਂ ਦੇ ਵਿੱਚ ਹੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਲਗਭਗ 13 ਮਹੀਨੇ ਇੱਕ ਲੰਬਾ ਕਿਸਾਨ ਅੰਦੋਲਨ ਚੱਲਿਆ, ਕਿਉਂਕਿ ਕੇਂਦਰ ਸਰਕਾਰ ਵੱਲੋਂ 3 ਖੇਤੀ ਆਰਡੀਨੈਂਸ ਲਿਆਂਦੇ ਗਏ। ਆਰਡੀਨੈਂਸ ਜਿਹੜੇ ਨੇ ਬਾਅਦ 'ਚ ਕਾਨੂੰਨ ਬਣਾ ਦਿੱਤੇ ਗਏ। ਉਹਨਾਂ ਕਾਨੂੰਨਾਂ ਦਾ ਵਿਰੋਧ ਜਿਹੜਾ ਹੈਗਾ ਦੇਸ਼ ਦੇ ਕਿਸਾਨਾਂ ਨੇ ਕੀਤਾ, ਕਿਉਂਕਿ ਉਹ ਕਾਨੂੰਨ ਜਿਹੜੇ ਨੇ ਕੁਝ ਪੂੰਜੀਪਤੀਆਂ ਨੂੰ, ਕੁਝ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਹੈਗਾ ਉਹ ਸਾਰੀ ਖੇਤੀਬਾੜੀ ਸਿਸਟਮ 'ਚ ਸ਼ਕਤੀਆਂ ਦੇਣ ਵਾਲੇ ਸੀਗੇ, ਉਹਨਾਂ ਨੂੰ ਹੋਰ ਹੁਲਾਰਾ ਦੇਣ ਵਾਲੇ ਸੀ। ਤਾਂ ਉਸ ਦਾ ਵਿਰੋਧ ਵੱਡੇ ਪੱਧਰ 'ਤੇ ਜਿਹੜਾ ਹੈਗਾ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਤੇ ਪੰਜਾਬ ਤੋਂ ਬਾਅਦ ਹਰਿਆਣਾ, ਹਰਿਆਣੇ ਤੋਂ ਬਾਅਦ ਉੱਤਰ ਪ੍ਰਦੇਸ਼ ਤੋਂ ਬਾਅਦ ਕਰਦੇ ਕਰਦੇ ਸਾਰੇ ਦੇਸ਼ ਦੇ ਕਿਸਾਨ, ਮਜ਼ਦੂਰ ਜਾਂ ਹੋਰ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਉਸ ਅੰਦੋਲਨ 'ਚ ਸ਼ਮੂਲੀਅਤ ਕੀਤੀ। ਉਸ ਅੰਦੋਲਨ ਤੋਂ ਬਾਅਦ ਹੀ ਜਿਹੜਾ ਹੈਗਾ ਭਾਵੇਂ ਕੇਂਦਰ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨ ਜਿਹੜੇ ਨੇ ਰੱਦ ਕਰ ਦਿੱਤੇ, ਉਹਨਾਂ ਨੂੰ ਵਾਪਸ ਲੈ ਲਿਆ ਸੀਗਾ। ਪਰ ਦੋਸਤੋ ਇਸ ਅੰਦੋਲਨ ਦੌਰਾਨ ਜਿਹੜਾ ਹੈਗਾ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਗਈ ਸੀ। ਇਹ ਵੀ ਜਿਹੜਾ ਹੈਗਾ ਇੱਕ ਮੰਦਭਾਗੀ ਘਟਨਾ ਜਿਹੜੀ ਹੈਗੀ ਭਾਜਪਾ ਦੇ 9 ਸਾਲਾਂ ਦੇ ਵਿੱਚ ਹੀ ਵਾਪਰੀ ਸੀ। ਇਸ ਤੋਂ ਇਲਾਵਾ ਵੀ ਜੇ ਅਸੀਂ ਦੇਖਦੇ ਹਾਂ ਤਾਂ ਭਾਜਪਾ ਦੇ ਇਹਨਾਂ 9 ਸਾਲਾਂ 'ਚ ਧਰਮ ਤੇ ਜਾਤ ਦੇ ਆਧਾਰ ਤੇ ਕਈ ਥਾਵਾਂ ਤੇ ਜਿਹੜਾ ਹੈਗਾ ਹਿੰਸਾ ਜਿਹੜੀ ਹੈਗੀ ਆ ਸ਼ੁਰੂ ਹੋ ਗਈ ਸੀ। ਕਈ ਵਾਰ ਤਣਾਅ ਜਿਹੜਾ ਇਹੋ ਜਿਹਾ ਦੇਖਣ ਨੂੰ ਮਿਲਿਆ ਸੀ। ਤਾਂ ਇਹ ਵੀ ਸਾਰਾ ਕੁਝ ਭਾਜਪਾ ਦੇ 9 ਸਾਲਾਂ 'ਚ ਹੋਇਆ ਸੀ। ਤਾਂ ਚਾਹੀਦਾ ਇਹੀ ਹੈ ਵੀ ਕਿ ਜਿੱਥੇ ਭਾਜਪਾ ਆਪਣੇ 9 ਸਾਲਾਂ ਨੂੰ ਬੇਮਿਸਾਲ ਦੱਸਦੇ ਆ, ਗੁਣਗਾਨ ਕਰ ਰਹੀ ਹੈ, ਆਪਣੇ ਵੀ ਕਿ ਲੋਕਾਂ ਦੇ ਹਿੱਤ 'ਚ ਜਿਹੜੇ ਕੰਮਕਾਜ ਕੀਤੇ ਨੇ, ਜੋ ਫੈਸਲੇ ਲਏ ਨੇ, ਉਹਨਾਂ ਦਾ ਪ੍ਰਚਾਰ ਕਰ ਰਹੀ ਹੈ। ਤਾਂ ਦੂਜੇ ਪਾਸੇ ਇਹਨਾਂ ਜਿਹੜੇ ਕੇਂਦਰ ਸਰਕਾਰ ਦੇ ਫੈਸਲਿਆਂ ਦਾ ਵਿਰੋਧ ਹੋਇਆ ਜਾਂ ਜਿਨ੍ਹਾਂ ਫੈਸਲਿਆਂ ਕਰਕੇ ਦੇਸ਼ ਭਰ ਦੇ ਵਿੱਚ ਜਿਹੜਾ ਹੈਗਾ ਹਾਲਾਤ ਬੜੇ ਤਣਾਅ ਵਾਲੇ ਬਣੇ ਨੇ, ਉਹਨਾਂ ਨੂੰ ਵੀ ਭੁੱਲਣਾ ਨਹੀਂ ਚਾਹੀਦਾ। ਤੇ ਕੁਝ ਫੈਸਲੇ ਸਰਕਾਰ ਦੇ ਇਹੋ ਜਿਹੇ ਨੇ ਜੋ ਕਿ ਇੱਕ ਕੀ ਨਾ ਕੁਝ ਖਾਸ ਫਿਰਕੇ ਦੇ ਲੋਕਾਂ ਲਈ ਜਿਹੜਾ ਹੈਗਾ ਸੰਬੰਧ ਰੱਖਦੇ ਨੇ, ਉਸ ਤੋਂ ਆਮ ਲੋਕਾਂ ਨੂੰ ਜਾਂ ਇੱਕ ਗਰੀਬ ਵਰਗ ਦੇ ਲੋਕਾਂ ਨੂੰ ਉਸ ਦਾ ਕੋਈ ਲਾਭ ਨਹੀਂ ਮਿਲਦਾ। ਤਾਂ ਸਰਕਾਰ ਨੂੰ ਇਹ ਵੀ ਚਾਹੀਦਾ ਵੀ ਕਿ ਉਹਨਾਂ ਸਕੀਮਾਂ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਜਿਹੜਾ ਦੇਸ਼ ਦੇ ਹਰ ਵਰਗ ਨੂੰ ਸਰਕਾਰ ਦੀ ਹਰ ਸਹੂਲਤ ਦਾ ਲਾਭ ਮਿਲ ਸਕੇ। ਤਾਂ ਦੇਖਣਾ ਇਹੀ ਹੋਵੇਗਾ ਸਰਕਾਰ ਵੱਲੋਂ ਤਾਂ ਅਗਲੇ ਸਾਲ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਹੁਣੀ ਤੋਂ ਜਿਹੜਾ ਹੈਗਾ ਵਿਊਤਬੰਦੀ ਸ਼ੁਰੂ ਕਰ ਦਿੱਤੀ ਹੈ, ਹੁਣੀ ਤੋਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਉਸੀ ਦੇ ਚੱਲਦਿਆਂ ਜਿਹੜਾ ਹੈਗਾ 1 ਮਹੀਨਾ ਇਹ ਵਿਸ਼ੇਸ਼ ਮੁਹਿੰਮ ਚਲਾ ਕੇ 9 ਸਾਲ ਬੇਮਿਸਾਲ ਜਿਹੜਾ ਹੈਗਾ ਭਾਜਪਾ ਨੇ ਨਾਅਰਾ ਦਿੱਤਾ ਤੇ ਉਸ ਦਾ ਪ੍ਰਚਾਰ ਕਰਨ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸ ਵੱਲੋਂ ਜਿਹੜਾ ਹੈਗਾ ਭਾਜਪਾ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਵੀ ਕਿ ਅਸੀਂ ਦੇਸ਼ 'ਚ 35 ਸ਼ਹਿਰਾਂ ਦੇ ਵਿੱਚ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਕੇ ਭਾਜਪਾ ਨੂੰ ਘੇਰਾਂਗੇ ਵੀ ਕਿ ਉਹਨਾਂ ਨੇ ਦੇਸ਼ ਦੇ ਵਿੱਚ ਕੋਈ ਵਿਕਾਸ ਨਹੀਂ ਕੀਤਾ, ਬਲਕਿ ਦੇਸ਼ ਦੇ ਵਿੱਚ ਵਿਨਾਸ਼ ਹੀ ਕੀਤਾ। ਵੀ ਕਿ ਚਾਹੇ ਮਹਿੰਗਾਈ ਦੀ ਗੱਲ ਕਰ ਲਈਏ, ਬੇਰੁਜ਼ਗਾਰੀ ਦੀ ਗੱਲ ਕਰ ਲਈਏ, ਕਿਸਾਨੀ ਦੀ ਗੱਲ ਕਰ ਲਈਏ, ਤਾਂ ਇਹਨਾਂ ਮੁੱਦਿਆਂ 'ਤੇ ਉਹ ਭਾਜਪਾ ਨੂੰ ਘੇਰਨ ਦੀ ਤਿਆਰੀ ਕਰ ਰਹੇ ਨੇ। ਤਾਂ ਦੇਖਣਾ ਇਹੀ ਹੋਵੇਗਾ ਭਾਜਪਾ ਕੀ ਕਰਦੀ ਹੈ। ਤੇ ਦੂਜੇ ਪਾਸੇ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਉਹ ਕੀ ਰੁਖ ਜਿਹੜਾ ਹੈਗਾ ਅਖਤਿਆਰ ਕਰਦੀਆਂ ਕੇਂਦਰ ਸਰਕਾਰ ਨੂੰ ਘੇਰਨ ਲਈ, ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਸ ਤਰ੍ਹਾਂ ਦੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਅੱਗੇ ਰੱਖਦਾ ਰਹੇਗਾ, ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। ਤੇ ਕੱਲ ਨੂੰ ਫੇਰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।